सतनाम वाहिगुरु साहिब जीओ। महला दूजा। एह कनेही चाकरी, जित भौ खसम ना जाए। नानक सेवक कांडिया, जे सेती खसम समाए। पौड़ी। नानक अंत ना जापनी, हर ताके पारावार। आप कराए साखती, फिर आप कराए मार। एक ना गली जंजीरियां, एक तुरी चढ़ै बिस्यार। आप कराए करे आप, हों कैस्यों करी पुकार। नानक करना जिन किया, फिर तिस ही करनी सार। आप कराए करे आप, हों कैस्यों करी पुकार। नानक करना जिन किया, फिर तिस ही करनी सार। वाहिगुरु जी का खालसा, वाहिगुरु जी की फतेह। सतगुरु गरीब नवाज सच्चे पातशाह दीन दुनिया के मालक, सर्व कला समर्थ अंतरजामी, सर्व रक्षक अकाल स्वरूप श्री गुरु ग्रंथ साहिब पातशाह जी के पावन पवित्र चरणों में जुड़ बैठे गुरु सवारे सत्संगी जनों, आप जी गुरु दरबार में पहुँच के गुरबाणी कीर्तन भाई साहब तो सरवण करके जीवन सफल कर रहे थे। अज की पौड़ी विच जो 23 नंबर है और आसा दी वार दे अखीर ते आउंदियां हमें पौड़ियां। गुरु नानक साहब पातशाह इस पौड़ी विच अकाल पुरख वाहिगुरु दे बेअंत प्रकार दे चोजां दा वर्णन कर रहे। कहंदे उसका अंत नहीं है। किन्नी प्रकार दी सृष्टि उसने बनाई है, किन्नी प्रकार दे लोग, किन्नी प्रकार दियां योनियां, किन्नी प्रकार दे जीव, उन्हां दे वखरे वखरे सुभाव, वखरियां वखरियां भाषावां बोलियां। कहंदे उसदी खेड़ है कि कईयां नूं वो बख्शिश कर दिंदा है, कईयां नूं मार कराउंदा है। कईयां दे गलां विच जंजीरियां यानी कि बंधन पए होए ने, ते दूसरे घोड़ियां ते चढ़ के उन्हां दे गल विच तौक पा के खिंचदे ने। ये सारी प्रकार दी खेड़ उन्हें आप बनाई। इहदा भाव यह है कि कई बारी संसार दे अंदर वरतन वालियां घटनावां ਜਿਹੜੀਆਂ कि साडी समझ विच नहीं आउंदियां, समझ तो बाहर ने, उन्हां वल वेख के जदों व्यक्ति किसी चिंता विच पैंदा भी ये इस तरह क्यों चल रहा है, कुछ अमीर ने, कुछ गरीब ने, कुछ सुखी ने, कुछ दुखी ने, कुछ छोटे ने, कुछ बड़े ने, कईयां दे सुभाव मिठे ने, कईयां दे सुभाव फिके ने। जदों इस तरह की विचार विच कुदरती तौर पर जिहड़ा सिमरन करने वाला व्यक्ति है वो इस तरह दियां विचारां विच फसेगा तो दुखी होवेगा। सतगुरु कह रहे हैं भी एक तो यह तरीका है कि जिहड़ा आदमी सीधे राह ते तुरिया दूसरे नूं वो राह बारे जानकारी दे, यतन करे वो भी सीधे राह ते तुर पैण। एक हद तक यतन है, परिवार है, बच्चे ने, संबंध ने संसार दे,
ਇਹ ਕੁਦਰਤੀ ਹੈ ਵੀ ਆਦਮੀ ਦੇ ਜੇ ਪਰਿਵਾਰ ਬੱਚੇ ਉਸ ਦੇ ਆਖੇ ਨਹੀਂ ਤੁਰਦੇ ਤੇ ਦੁੱਖ ਹੈ ਬਹੁਤ ਵੱਡਾ। ਆਦਮੀ ਯਤਨ ਕਰਦਾ ਹੈ, ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਯਤਨ ਕਰਦਿਆਂ ਵੀ ਉਹ ਚੱਲਦਾ ਨਹੀਂ, ਕਿਉਂਕਿ ਇਹ ਜ਼ਰੂਰੀ ਨਹੀਂ ਕਿ ਸਾਰਾ ਸੰਸਾਰ ਇੱਕੋ ਜਿਹਾ ਹੀ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕੀਤਾ ਹੈ। ਗੁਰੂ ਸਾਹਿਬ ਦਾ ਜਿਹੜਾ ਸਿਧਾਂਤ ਹੈ ਉਹ ਕਹਿੰਦੇ ਨੇ ਤੂੰ ਆਪ ਯਤਨ ਕਰ ਸਿੱਧੇ ਰਾਹ ਤੇ ਤੁਰਨ ਦਾ, ਸਿੱਧੇ ਮਾਰਗ ਤੇ ਚੱਲ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ, ਸੇਵਾ ਕਰ, ਸਿਮਰਨ ਕਰ, ਔਰ ਜਿਹੜੇ ਲੋਕ ਤੇਰੇ ਸੰਪਰਕ ਵਿੱਚ ਆਉਂਦੇ ਨੇ ਉਹਨਾਂ ਨੂੰ ਵੀ ਤੋਰਨ ਦਾ ਯਤਨ ਕਰ। ਜੇ ਤੇਰੇ ਕਹਿਣ ਤੇ ਤੁਰਦੇ ਨੇ ਠੀਕ ਹੈ, ਨਹੀਂ ਤੁਰਦੇ ਤੇ ਇਹਨੂੰ ਅਕਾਲ ਪੁਰਖ ਦਾ ਭਾਣਾ ਸਮਝ ਕੇ ਖੁਸ਼ ਰਹਿ। ਇਹ ਭਾਵ ਹੈ, ਦੁੱਖ ਤੋਂ ਬਚਣ ਦਾ ਤਰੀਕਾ ਹੈ, ਕਿਉਂਕਿ ਇਹ ਕਦੇ ਨਹੀਂ ਹੁੰਦਾ। ਤੁਸੀਂ ਧਿਆਨ ਮਾਰ ਕੇ ਵੇਖੋ, ਗੁਰੂ ਰਾਮਦਾਸ ਜੀ ਦੇ 3 ਪੁੱਤਰ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਵੀ ਉਹਨਾਂ ਦੇ ਪੁੱਤਰ ਨੇ, ਬਾਬਾ ਪ੍ਰਿਥੀ ਚੰਦ ਵੀ ਉਹਨਾਂ ਦੇ ਪੁੱਤਰ, ਵੱਡੇ ਪੁੱਤਰ ਹਨ, ਪਰ ਦੋਵਾਂ ਦੇ ਸੁਭਾਅ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਪ੍ਰਿਥੀ ਚੰਦ ਬੜੀ ਦੂਰ ਹੈ ਉਹ ਸੁਭਾਅ, ਉਹਨੇ ਗੁਰੂ ਰਾਮਦਾਸ ਜੀ ਨੂੰ ਸਮਝੇ ਨਹੀਂ। ਅੱਜ ਤੱਕ ਅਸੀਂ ਉਹਨਾਂ ਅੱਗੇ ਝੁਕ ਰਹੇ ਹਾਂ, ਅੱਜ ਤੱਕ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਵਡਿਆਈਆਂ ਸੁਣਦੇ ਹਾਂ, ਵੇਖਦੇ ਹਾਂ, ਸਭ ਕੁਝ ਹੈ। ਪਰ ਬਾਬਾ ਪ੍ਰਿਥੀ ਚੰਦ ਜਿਹੜਾ ਬਹੁਤ ਹੀ ਨੇੜੇ ਗੁਰੂ ਰਾਮਦਾਸ ਪਾਤਸ਼ਾਹ ਦੇ ਰਿਹਾ, ਉਹਦੇ ਉੱਤੇ ਇਹਨਾਂ ਚੀਜ਼ਾਂ ਦਾ ਕੋਈ ਅਸਰ ਨਹੀਂ ਹੋਇਆ, ਕਿਉਂਕਿ ਕੁਦਰਤ ਕਦੀ ਸਾਰੇ ਲੋਕਾਂ ਨੂੰ ਇੱਕੋ ਜਿਹਾ ਪੈਦਾ ਨਹੀਂ ਕਰਦੀ। ਇਹ ਉਹਦਾ ਸਿਧਾਂਤ ਹੈ। ਇਹਨੂੰ ਕਹਿੰਦੇ ਨੇ ਚੰਗਿਆਂ ਵਿੱਚੋਂ ਮਾੜੇ ਲੋਕ ਪੈਦਾ ਹੁੰਦੇ ਨੇ, ਮਾੜਿਆਂ ਵਿੱਚੋਂ ਚੰਗੇ। ਕੁਦਰਤ ਦਾ ਨਿਯਮ ਚੱਲ ਰਿਹਾ, ਔਰ ਇਹਦਾ ਕਦੀ ਮਾਣ ਵੀ ਨਹੀਂ ਕਰਨਾ ਚਾਹੀਦਾ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਅਸੀਂ ਆਪਣੇ ਬੱਚਿਆਂ ਨੂੰ ਸਿੱਧੇ ਰਾਹ ਤੇ ਆਪ ਲਾਇਆ ਹੈ, ਇਹ ਵੀ ਇੱਕ ਹੰਕਾਰ ਹੈ। ਯਤਨ ਜ਼ਰੂਰ ਕਰਨਾ ਹੈ, ਉਦਮ ਜ਼ਰੂਰ ਕਰਨਾ ਸਿੱਖ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਸਾਧ ਸੰਗਤ ਇਹ ਵੀ ਉਹਦੀ ਬਖਸ਼ਿਸ਼ ਹੈ ਕਿ ਜਿਹੜੇ ਬੱਚੇ ਨੇ ਉਹ ਆਖੇ ਲੱਗ ਕੇ ਤੁਰਦੇ ਨੇ, ਗੁਰੂ ਵਾਲੇ ਪਾਸੇ ਤੁਰੇ ਨੇ, ਪਰਮਾਤਮਾ ਦੀ ਬਖਸ਼ਿਸ਼ ਹੈ। ਜੇ ਉਹ ਨਾ ਬਖਸ਼ਿਸ਼ ਕਰੇ, ਕਈ ਵਾਰੀ ਸਿੱਖਿਆਵਾਂ ਵੀ ਕੰਮ ਨਹੀਂ ਦਿੰਦੀ। ਇਸ ਲਈ ਇਹਦਾ ਨਾ ਗੁਮਾਨ ਹੈ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਵਚਨ ਕਰ ਰਹੇ ਨੇ ਇਸ ਪੌੜੀ ਦੇ ਅੰਦਰ ਵੀ ਕਿੰਨੇ ਪ੍ਰਕਾਰ ਦਾ ਤੇਰਾ ਸੰਸਾਰ, ਇਹਦਾ ਕੋਈ ਅੰਤ ਨਹੀਂ। ਬਿਰਖਾ ਹੇਠ ਸਭ ਜੰਤ ਇਕੱਠੇ, ਕਹਿੰਦੇ ਇੱਕ ਰੁੱਖ ਦੇ ਥੱਲੇ ਅਨੇਕ ਹੀ ਜੰਤ, ਅਨੇਕ ਹੀ ਪੰਛੀ ਉਸ ਰੁੱਖ ਤੇ ਰਹਿੰਦੇ ਨੇ। ਇੱਕ ਤਲ ਤੱਤੇ, ਇੱਕ ਬੋਲਣ ਮਿੱਠੇ। ਰੁੱਖ ਇੱਕੋ ਹੈ, ਪਰਿਵਾਰ ਵੀ ਇੱਕੋ ਹੈ, ਪੰਛੀਆਂ ਦੇ ਆਲਣੇ ਵੀ ਇਕੱਠੇ ਨੇ, ਪਰ ਕਹਿੰਦੇ ਜਦੋਂ ਉਹਨਾਂ ਦੀ ਭਾਸ਼ਾ ਸੁਣੋ, ਉਹਨਾਂ ਦੀ ਆਵਾਜ਼ ਵਿੱਚ ਬੜਾ ਫਰਕ ਹੋਵੇਗਾ। ਕੁਝ ਮਿੱਠੇ ਨੇ, ਕੁਝ ਤੱਤੇ ਬੋਲਦੇ ਨੇ, ਕਿਸੇ ਦੀ ਆਵਾਜ਼ ਕਿਵੇਂ ਦੀ, ਕਿਸੇ ਦੀ ਕਿਵੇਂ ਦੀ। ਇਹਦਾ ਭਾਵ ਕੀ ਹੈ ਕਿ ਸੰਸਾਰ ਦੇ ਵਿੱਚ ਕਦੀ ਇੱਕੋ ਜਿਹਾ ਕੁਝ ਨਹੀਂ ਹੁੰਦਾ, ਉੱਚਾ ਨੀਵਾਂ ਰਹੇਗਾ, ਕੁਝ ਨਾ ਕੁਝ ਅੱਗੇ, ਕੁਝ ਪਿੱਛੇ, ਕੁਝ ਵੱਡੇ, ਕੁਝ ਛੋਟੇ। ਇਹ ਉਹਦੀ ਖੇਡ ਹੈ। ਤੇ ਸਤਿਗੁਰੂ ਕਹਿੰਦੇ ਨੇ ਨਾਨਕ ਅੰਤ ਨਾ ਜਾਪਣੀ, ਉਹਦਾ ਕੋਈ ਅੰਤ ਨਹੀਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਅੰਤ ਨਾ ਸਿਫਤੀ ਕਹਿਣ ਨਾ ਅੰਤ। ਕਿੰਨੇ ਪ੍ਰਕਾਰ ਦੇ ਲੋਕ, ਕਿੰਨੇ ਤਰ੍ਹਾਂ ਦੇ ਸੁਭਾਵਾਂ ਦੇ ਲੋਕ ਇਹਦੇ ਉੱਤੇ ਸਿਰਫ ਤਾਂ ਜ਼ੋਰ ਦੇ ਰਹੇ ਨੇ ਕਿ ਆਦਮੀ ਕਿਸੇ ਦੇ ਨਾਲ ਬਹੁਤਾ ਅੜੇ ਨਾ, ਦੁਖੀ ਨਾ ਹੋਵੇ, ਉਹਦੇ ਨਾਲ ਸਹਿਮਤ ਹੋ ਜਾ ਸੰਸਾਰ ਦੇ ਵਿੱਚ ਰਹਿੰਦਾ ਹੋਇਆ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ। ਨਾ ਉਹਦੀ ਸਿਫਤ ਦਾ ਕੋਈ ਅੰਤ ਹੈ, ਜਿੰਨੀ ਮਰਜ਼ੀ ਕਰੋ ਕਦੀ ਸਮਾਪਤ ਨਹੀਂ ਹੁੰਦੀ। ਉਹਦੇ ਕਰਨਿਆਂ ਦਾ, ਚੋਜਾਂ ਦਾ ਵੀ ਕੋਈ ਅੰਤ ਨਹੀਂ, ਦੇਣ ਦਾ ਕੋਈ ਅੰਤ ਨਹੀਂ। ਕਿੰਨਾ ਕੁ ਦੇ ਰਿਹਾ ਵੇਖੋ। ਇੰਨੇ ਸਮੇਂ ਦੀ ਧਰਤੀ ਸਾਜੀ ਗਈ, ਹਜ਼ਾਰਾਂ ਟਨ ਅਨਾਜ ਇਹਦੇ ਵਿੱਚੋਂ ਉਗਿਆ, ਅਰਬਾਂ ਦੀ ਗਿਣਤੀ ਵਿੱਚ। ਕਦੀ ਸੋਚ ਕੇ ਵੇਖੀਏ, ਤੋਲ ਕੇ ਵੇਖੀਏ ਵੀ 1 ਏਕੜ ਦੇ ਵਿੱਚੋਂ ਕਿੰਨੇ ਟਨ 100 ਸਾਲ ਵਿੱਚ ਅਨਾਜ ਨਿਕਲਦਾ ਹੋਵੇਗਾ। ਆਖਰ ਤੇ ਜ਼ਮੀਨ ਦੇ ਵਿੱਚੋਂ ਹੀ ਆ ਰਿਹਾ, ਉਹ ਕਿੱਥੋਂ ਪੈਦਾ ਹੁੰਦਾ ਹੈ।
ਇਹਦਾ ਵੀ ਕੋਈ ਅੰਤ ਨਹੀਂ। ਉਹਦੇ ਦੇਣ ਦਾ, ਉਹਦੇ ਚੋਜਾਂ ਦਾ, ਕਿੰਨੀਆਂ ਦਾਤਾਂ ਮਨੁੱਖ ਨੂੰ ਦੇ ਰਿਹਾ, ਕਿੰਨੀ ਕਿਰਪਾ ਕਰ ਰਿਹਾ। ਸਹਿਬ ਕਹਿੰਦੇ ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ। ਉਹਦੇ ਵੇਖਣ ਦਾ ਵੀ ਕੋਈ ਅੰਤ ਨਹੀਂ। ਇਹ ਉਸਤਤੀ ਕਰਨ ਦਾ ਇੱਕ ਤਰੀਕਾ ਹੈ। ਸਿਫਤ ਸਲਾਹ ਬਾਣੀ ਦੇ ਅੰਦਰ ਇੱਕ ਹੈ ਸਿੱਧਾ ਨਾਮ ਜਪਣਾ, ਉਹਦੇ ਵਿੱਚ ਮਨ ਨਹੀਂ ਜੁੜੇਗਾ। ਸਿੱਧਾ ਤੁਸੀਂ ਜਪੋਗੇ ਬਹੁਤ ਘੱਟ ਸਮਾਂ ਜੁੜੇਗਾ, ਪਰ ਜੇ ਤੁਸੀਂ ਬਾਣੀ ਦੇ ਰਾਹੀਂ ਉਸਤਤ ਕਰੋ, ਉਹਦੀ ਵਡਿਆਈ ਕਰੋ, ਨਵੀਆਂ ਨਵੀਆਂ ਵਿਚਾਰਾਂ ਮਿਲਣਗੀਆਂ। ਗੁਰੂ ਗ੍ਰੰਥ ਸਾਹਿਬ ਵਿੱਚੋਂ ਸਹਿਜ ਪਾਠ ਜਿਹੜੇ ਗੁਰਮੁਖ ਕਰਦੇ ਨੇ, ਕਈਆਂ ਨੂੰ ਸਮਝ ਆਉਣ ਲੱਗ ਪੈਂਦੀ, ਉਹ ਹੋਰ ਕਰਦੇ ਕੁਝ ਨਹੀਂ, ਉਹ ਸਹਿਜ ਪਾਠ ਹੀ ਕਰੀ ਜਾਂਦੇ, ਕਿਉਂਕਿ ਉਹਦੇ ਵਿੱਚੋਂ ਨਵੇਂ ਨਵੇਂ ਵਿਚਾਰ, ਨਵੀਆਂ ਨਵੀਆਂ ਚੀਜ਼ਾਂ ਉਹਨਾਂ ਦੇ ਸਾਹਮਣੇ ਆਉਂਦੀਆਂ ਔਰ ਉਹਦੇ ਚੋਜਾਂ ਦੀ ਸਮਝ ਆਉਂਦੀ ਹੈ। ਤੇ ਸੱਚੇ ਪਾਤਸ਼ਾਹ ਜੀ ਇਹ ਇੱਕ ਤਰੀਕਾ ਵਰਤ ਰਹੇ ਨੇ। ਸਿਫਤ ਸਲਾਹ ਜਿਹਨੂੰ ਬਖਸ਼ਦਾ ਹੈ ਪ੍ਰਮਾਤਮਾ, ਤਾਂ ਹੀ ਸਤਿਗੁਰੂ ਨੇ ਕਿਹਾ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਇਹ ਉਹਦੀ ਸਿਫਤ ਦਾ ਤਰੀਕਾ, ਉਹਦੀਆਂ ਵਡਿਆਈਆਂ ਕਰੀ ਜਾਣੀਆਂ ਵੇਖ ਕੇ ਇਹਦੇ ਨਾਲ ਜਿਹੜਾ ਮਨ ਹੈ ਉਹਦਾ ਦੁੱਖ ਅੰਦਰੋਂ ਨਿਕਲਦਾ ਹੈ, ਹਉਮੈ ਨਿਕਲਦੀ ਵਿੱਚੋਂ, ਮਨ ਖਾਲੀ ਹੁੰਦਾ ਹੈ, ਸ਼ੁੱਧ ਹੁੰਦਾ ਹੈ, ਪਵਿੱਤਰ ਹੁੰਦਾ ਹੈ। ਤੇ ਪਹਿਲਾਂ ਸਿਫਤ ਸਲਾਹ ਕਰੀਏ ਤੇ ਬਾਣੀ ਪੜ੍ਹੀਏ, ਨਿਤਨੇਮ ਕਰੀਏ, ਉਹਦੇ ਤੋਂ ਬਾਅਦ ਸਿਮਰਨ ਕਰੀਏ ਤੇ ਮਨ ਜ਼ਿਆਦਾ ਜੁੜੇ, ਕਿਉਂਕਿ ਬਾਣੀ ਨੇ ਤਿਆਰ ਕਰ ਦਿੱਤਾ, ਪਿਆਰ ਪੈਦਾ ਹੋ ਗਿਆ। ਸਿਫਤ ਕੀਤੀ ਤਾਂ ਹੀ ਸੱਚੇ ਪਾਤਸ਼ਾਹ ਸਵੇਰ ਦੀ ਬਾਣੀ ਵਿੱਚ ਇਹ ਬਚਨ ਕਹਿੰਦੇ ਨੇ ਕਿ ਸਿਫਤ ਸਲਾਹ ਕਰਿਆ ਕਰ, ਵਡਿਆਈ ਕਰਿਆ ਕਰ ਤੇ ਵਿਚਾਰ ਕਰਿਆ ਕਰ। ਅੰਮ੍ਰਿਤ ਵੇਲੇ ਕੀ ਕਰਨਾ ਹੈ? ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਉਹਦੀ ਵਡਿਆਈ ਕਰਨੀ, ਉਹਦੀ ਉਸਤਤ ਕਰਨੀ ਨਵੀਂ ਨਵੀਂ। ਇਹਨੂੰ ਕਹਿੰਦੇ ਨੇ ਕਹੋ ਕਬੀਰ ਹੋ ਨੌ ਤਨ ਚੇਲਾ। ਕਬੀਰ ਜੀ ਇੱਕ ਬਚਨ ਕਹਿੰਦੇ ਕਿ ਮੈਂ ਤੇਰਾ ਚੇਲਾ ਹਾਂ, ਨੌ ਤਨ। ਨੌ ਤਨ ਦਾ ਅਰਥ ਹੈ ਨਵੇਂ ਤਨ ਵਾਲਾ, ਨਵੇਂ ਤਨ ਵਾਲਾ ਚੇਲਾ, ਯਾਨੀ ਕਿ ਨਵੀਂ ਨਵੀਂ ਉਸਤਤ ਕਰਨੀ ਰੋਜ਼। ਜ਼ਰੂਰੀ ਨਹੀਂ ਉਹ ਬੱਝੀਆਂ ਹੋਈਆਂ ਚੀਜ਼ਾਂ ਜਿਹੜੀਆਂ ਗੁਰਬਾਣੀ ਵਿੱਚ ਵੇਖੋ ਕਈ ਚੀਜ਼ਾਂ ਲਿਖੀਆਂ ਨੇ, ਤੂੰ ਮੈਨੂੰ ਇਹ ਜੋੜਾ ਦਿੱਤਾ ਹੈ, ਤੂੰ ਮੈਨੂੰ ਵਸਤਰ ਦਿੱਤੇ ਨੇ, ਤੂੰ ਮੈਨੂੰ ਰਹਿਣ ਵਾਸਤੇ ਘਰ ਦਿੱਤਾ ਹੈ, ਤੂੰ ਮੈਨੂੰ ਸਰੀਰ ਦਿੱਤਾ ਹੈ, ਤੰਦਰੁਸਤੀ ਦਿੱਤੀ, ਇਹ ਸਾਰੀਆਂ ਚੀਜ਼ਾਂ ਨੇ। ਪਰ ਸਾਧ ਸੰਗਤ ਕਈ ਵਾਰੀ ਕਈ ਗੁਰਸਿੱਖ ਤੁਸੀਂ ਵੇਖੋਗੇ ਉਹ ਕਿਸੇ ਕੰਮ ਤੇ ਜਾਂਦੇ ਨੇ, ਉਹਨਾਂ ਦਾ ਕੰਮ ਜਿਹੜਾ ਉਹਨਾਂ ਨੇ ਸੋਚਿਆ ਸੀ 10 ਦਿਨਾਂ ਵਿੱਚ ਹੋਏਗਾ ਕਿ ਨਾ ਹੋਵੇਗਾ, ਉਹ ਕਿਤੇ ਗੁਰੂ ਨੇ ਕਲਾ ਵਰਦਾ ਦਿੱਤੀ, 1 ਘੰਟੇ ਵਿੱਚ ਹੀ ਕਾਰਜ ਫਤਿਹ ਹੋ ਗਿਆ। ਉਸ ਦਸ਼ਾ ਵਿੱਚ ਮਨ ਵਿੱਚ ਕੀ ਆਉਂਦਾ ਹੈ ਕਿ ਮੇਰੇ ਨਾਲ ਮੇਰੇ ਕਰਾਉਣ ਵਾਲਾ ਗੁਰੂ ਨਾਲ ਹੈ, ਉਹਨੇ ਮੇਰਾ ਕੰਮ ਕਰਾ ਦਿੱਤਾ। ਇਹ ਵੀ ਇੱਕ ਬੰਦਗੀ ਹੈ, ਸਿਫਤ ਹੈ ਉਹਦੀ। ਕੋਈ ਕਾਰਜ ਹੋ ਜਾਣਾ ਤੇ ਉਹ ਫਿਰ ਪਿਆਰ ਨਾਲ ਜਦੋਂ ਇਹ ਗਾ ਦਿੰਦਾ ਹੈ ਕਿ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਕੰਮ ਹੋ ਜਾਏ ਇਹ ਵੀ ਸਿਫਤ ਬਣ ਜਾਂਦੀ ਹੈ। ਕਈ ਪ੍ਰਕਾਰ ਦੀ ਬੰਦਗੀ, ਇੱਕ ਪ੍ਰਕਾਰ ਦੀ ਨਹੀਂ। ਕੰਮ ਹੋ ਗਿਆ, ਉਹ ਕਈ ਕਈ ਦਿਨ ਉਸੇ ਲਹਿਰ ਵਿੱਚ ਰਹਿੰਦਾ ਵੀ ਮੇਰੇ ਵਿੱਚ ਤੇ ਯੋਗਤਾ ਨਹੀਂ ਸੀ, ਕਰਾਮਾਤ ਹੋ ਗਈ। ਜਿਵੇਂ ਕੱਲ ਆਪਾਂ ਵਿਚਾਰਿਆ ਸੀ, ਮੇਰੇ ਵਿੱਚ ਤੇ ਕੋਈ ਯੋਗਤਾ ਨਹੀਂ ਸੀ ਤੇ ਬਖਸ਼ਿਸ਼ ਹੋ ਗਈ। ਮੇਰੇ ਨੇੜੇ ਰਹਿੰਦਾ, ਭਾਵੇਂ ਆਪ ਨਹੀਂ ਮਿਲਿਆ ਪਰ ਮੇਰਾ ਪਿੱਛਾ ਕਰ ਰਿਹਾ, ਮੇਰੇ ਆਲੇ ਦੁਆਲੇ ਘੁੰਮ ਰਿਹਾ। ਇਸ ਤਰ੍ਹਾਂ ਉਹਨੂੰ ਉਹਦੀ ਖਬਰ ਮਿਲਣੀ ਸ਼ੁਰੂ ਹੋ ਜਾਂਦੀ, ਉਹਦੇ ਬਾਰੇ ਪਤਾ ਲੱਗਣਾ ਸ਼ੁਰੂ ਹੋ ਜਾਂਦਾ। ਔਰ ਤਾਂ ਹੀ ਇਹ ਬਚਨ ਕੀਤੇ ਨੇ ਕਿ ਹੱਲੇ ਯਾਰਾਂ ਖੁਸ਼ ਖਬਰੀ, ਬਲ ਬਲ ਜਾਉ ਹੋਂ ਬਲ ਬਲ ਜਾਉ, ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ। ਇਹ ਖੁਸ਼ ਖਬਰੀ ਕਾਹਦੀ ਹੈ? ਇਹ ਖੁਸ਼ ਖਬਰੀ ਕਿੱਥੋਂ ਮਿਲੀ? ਇਹ ਖੁਸ਼ ਖਬਰੀ ਤਾਂ ਹੈ ਕਿ ਉਹ ਕਿਤੇ ਨੇੜੇ ਲੱਗਦਾ, ਕਿਉਂਕਿ ਉਹਨੇ ਮੇਰਾ ਕਾਰਜ ਸੁੱਧ ਕਰ ਦਿੱਤਾ ਹੈ। ਜਿਹੜਾ ਕਾਰਜ ਨਹੀਂ ਸੀ ਹੋਣ ਵਾਲਾ, ਜਿਹੜਾ ਕਾਰਜ ਸਿਰੇ ਨਹੀਂ ਸੀ ਚੜ੍ਹਨਾ, ਉਹ ਕਾਰਜ ਹੋ ਗਿਆ। ਇੱਥੋਂ ਖਬਰ ਮਿਲਦੀ ਹੈ ਵੀ ਮੇਰੇ ਨਾਲ ਹੈ, ਮੇਰੇ ਕੰਮ ਕਰ ਰਿਹਾ, ਆਪ ਨਹੀਂ ਨਜ਼ਰ ਆਉਂਦਾ, ਉਹਦੇ ਕੰਮਾਂ ਤੋਂ ਨਜ਼ਰ ਆ ਰਿਹਾ। ਤਾਂ ਹੀ ਗੁਰੂ ਬਾਰੇ ਇਹ ਬਚਨ ਸਾਹਿਬ ਭੱਟ ਬਹੁਤ ਪਿਆਰੇ ਬਚਨ ਕਹਿੰਦੇ, ਜੇ ਸਤ ਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਣ। ਕਹਿੰਦੇ ਇਹ ਮੇਰੇ ਗੁਰੂ ਦੀ ਬਖਸ਼ਿਸ਼ ਹੈ ਵੀ ਮੇਰੀਆਂ ਅੱਖਾਂ ਦੇ ਵਿੱਚੋਂ ਹਨੇਰਾ ਘਟ ਗਿਆ ਗੁਰੂ ਦੀ ਕਿਰਪਾ ਨਾਲ। ਉਹ ਹੈ ਨਾਲ, ਉਹਨੇ ਹਟਾਇਆ ਤਾਂ ਹੀ ਹਟਿਆ। ਕੌਣ ਕਰ ਰਿਹਾ? ਕਰਤਾ ਪੁਰਖ ਮੰਨਣਾ ਉਸ ਨੂੰ।
वो मेरे कारज कर रहा। तुसीं सुनिया होवेगा, एक कहानी है, साखी है कि भगत धन्ना किसी ब्राह्मण दे राह विच रोड़ा बन गए। आम आदमी सन। वो कहते ने एक ब्राह्मण पूजा कर रहा सी पत्थर दी, ते धन्ना जिहड़े ने गौवां चराउंदे सन। वो पूजा कर रहा है। पूजा करदिया धन्ने ने वेख्या ते पुछया भी ये की कर रहे हो? कहन लगे जी ये पूजा कर रहे। कहंदे आ कौन है? पत्थर की है? उन्हें पहली बारी दसिया, कहंदा पत्थर नहीं ते ठाकुर है, ते परमात्मा है। हुण जे ते अंदर विचार हुंदा फिर ते उहदे विचों नहीं सी लाभ, पर धन्ना जिहड़ा वो भोला सी, बिल्कुल सीधा सी। उन्हें वाकई सच मान लिया मेरे विच परमात्मा है। पुजारी थोड़ी मानते ने, पंडित तो वैसे ही भोग लाउंदे ना, वो मनते नहीं ना, वो खवाउंदे ने। सच्ची जानो वो तो सिर्फ भोग ही लाउंदे ने। जे बांह कढ़ के रब खान लगे उन्हें बांह फड़ लेनी भी असीं की खांगे जे तू खान लग गया, उन्हें रोक देना। पर भगत जिहड़ा है वो अंदरों गाउंदा है, अंदरों करदा है। उन्हें पता नहीं हुंदा भी ये ते सारी क्रिया पत्थर दी। उन्हें कहा अच्छा तू मैनू भी एक ठाकुर दे, मैं भी उसनूं पहला खुआ के फिर खावां कर। ये भाई गुरदास जी ने लिखिया। हुण उहनूं पंडित नूं पता सी भी ये ते मेरा पेशा मेरे ते गल पिया है, ते लड़के दे गल क्यों पाउणा? ना ये खाए ना कुछ, मैं ते लोकां वास्ते करना। उन्हें बहुत धन्ने नूं कहा भी कोई गल नहीं, तू अजे गावां चारिया कर, अजे तेरा वक्त नहीं, तू रहण दे, तेरा काम नहीं, साडे काम है। धन्ना कहंदा भी ये खांदा है? कहंदे हाँ खांदा। उहनूं ये दसना सी ना भी ये खांदा है। धन्ना बहुत ਉਹਦੇ ਪਿੱਛੇ ਪੈ ਗਿਆ। रोज ਜਦੋਂ निकलना उन्हें कहा मैनू भी ठाकुर दे। मैनू एक दिन अक के उन्हें एक पत्थर वलेट के कपड़े में फड़ा दिता, कहन लगे आ फाड़े ठाकुर। बस धन्ने ने उन्होंने बड़े प्यार नाल पढ़िया, प्रेम नाल जाके इन्नी तिखी मन दे नाल इबादत कीती कि पत्थर ते ना बोलिया, पर वो भगवान धन्ने दे अंदरों बोलन लग पिया। उन्हें पता लग गया वो तो जिउंदा है, पत्थर भुल गया। भावें कहा गया भी पत्थर विचों बाहर निकली, बड़ी लंबी साखी कहानी है, पर वो साक्षात होया सामने, उहदे प्रगट हो गया परमात्मा, सामने आ गया। ते इतों तक ये गल मनी जाती भी धन्ने दे कारज, धन्ने दे जमीन दे काम भी परमात्मा करदा रहा, आप करदा रहा। उहदे जिहड़े कारज सन इन्नी नजदीकता हो गई उहदी कि प्रगट कर दिता, भावें शब्द राही प्रगट किया है। सिद्धांत सिक्खी का ख्याल रखना। पत्थर दे विच साधन बनिया सी, प्यार इन्ना जागया, प्यार विच उहने दर्शन कर लए। उहदा सधारण पत्थर सी, पर पंडित भी हैरान हो गया। वो ठाकुर छुट गया धन्ने तो, अंदरला ठाकुर मिल गया। अंदरला ठाकुर नाल रहन लग पिया, बिल्कुल उहदे नेड़े रह के सारे काम करन लग पे। इस तरह जिहड़ी प्रेम दी दुनिया है ना, सिफत सलाह दी, ਉਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਤੂੰ ਜਾ, ਤੇਰਾ ਜਿਹੜਾ ਕਾਰਜ ਹੁੰਦਾ ਕਦੀ ਤੇਰੇ ਤੇ ਕਿਰਪਾ ਹੁੰਦੀ, ਚੜ੍ਹਦੀ ਕਲਾ ਹੁੰਦੀ, ਉਹਦੀ ਜਿਹੜੀ ਗੱਲਬਾਤ ਅੰਦਰ ਚੱਲਦੀ ਹੈ ਉਹ ਵੀ ਇੱਕ ਸਿਫਤ ਸਲਾਹ ਦਾ ਤਰੀਕਾ ਹੈ ਤੇ ਉਹਦਾ ਕੋਈ ਅੰਤ ਨਹੀਂ। ਜੇ ਕੋਈ ਉਹਦੀ ਸਿਫਤ ਸਲਾਹ ਕਰਨ ਲੱਗ ਪਿਆ ਕਦੀ ਖਤਮ ਨਹੀਂ ਹੁੰਦੀ। ਧਿਆਨ ਦੇਣਾ, ਜਿਵੇਂ ਹਰ ਇੱਕ ਚੀਜ਼ ਖਤਮ ਹੋ ਜਾਂਦੀ ਨਾ, ਕੋਈ ਆਪਾਂ ਪਾਠ ਕਰਨੇ ਉਹਦੀ ਵੀ ਸਮਾਪਤੀ ਹੈ, कोई कीर्तन है, कोई कथा है, कोई भी चीज है, ਉਹਦੇ ਇੱਕ ਥਾਂ ਤੇ ਜਾ ਕੇ ਉਹਦੀ ਸਮਾਪਤੀ ਆ ਜਾਏਗੀ। ਪਰ ਸਿਫਤ ਦੀ ਕਦੀ ਸਮਾਪਤੀ ਨਹੀਂ, ਉਹ ਦਿਨ ਰਾਤ ਅੰਦਰ ਲਗਾਤਾਰ ਨਿਰੰਤਰ ਚੱਲਦੀ ਰਹਿੰਦੀ। ਕਬੀਰ ਸਾਹਿਬ ਨੇ ਤੇ ਇਹ ਤੋਂ ਤੱਕ ਉਦਾਹਰਨ ਦੇ ਦਿੱਤੀ। ਉਹ ਕਹਿੰਦੇ ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮਹਿ ਅਗਨ ਉਠੀ ਅਧਿਕਾਏ। ਕਹਿੰਦੇ ਸੰਸਾਰ ਦਾ ਪਾਣੀ ਪੀਵੀਏ ਤੇ ਉਹ ਪਾਣੀ ਪੀਂਦਿਆਂ ਪੀਂਦਿਆਂ ਬੰਦਾ ਅੱਕ ਜਾਂਦਾ ਹੈ। ਜਿਉਂ-ਜਿਉਂ ਰੱਜਦਾ ਹੈ ਤਿਉਂ-ਤਿਉਂ ਉਸ ਪਾਣੀ ਦੀ ਪਿਆਸ ਘਟਦੀ ਜਾਂਦੀ ਹੈ, ਤਿਉਂ-ਤਿਉਂ ਉਸ ਪਾਣੀ ਬਾਰੇ ਮਨ ਵਿੱਚੋਂ ਇੱਛਾ ਖਤਮ ਹੋ ਜਾਂਦੀ। ਕਦੀ ਕਦੀ ਬੰਦਾ ਉਹ ਗਿਲਾਸ ਵਿੱਚ ਹੀ ਰੱਖ ਦਿੰਦਾ ਵੀ ਹੋਰ ਨਹੀਂ ਪੀਣਾ, ਰੱਜ ਗਿਆ, ਅੰਦਰ ਤ੍ਰਿਪਤ ਹੋ ਗਿਆ, ਹੋਰ ਕਿਵੇਂ ਪੀਵੀਏ, ਮਨ ਨਹੀਂ ਕਰਦਾ।
पर कहते इको एक वाहगुरू के नाम का जल ऐसा जिन्हों पींदियां दी होर प्यास लगती। ज्यों ज्यों पीवोगे ਇਹਦੇ ਨਾਲ आदमी रजदा नहीं, बस ये तो ਇਹਦੇ ਵਿੱਚ पैदा। दुनिया के सारे रोग सारे रिश्ते जिहड़े ने वो एक थां ते बंदा उन्हां तो अक जाता है, थक जाता है, दुखी हो जाता है। पर इको एक ऐसा रिश्ता है जिन्हों कहा भी सदा नवा तन, सदा सुहाग परमात्मा नूं कहा। वो कभी पुराना नहीं हुंदा, सच पुराना होवे ना ही सीता कदे ना पाटै। इस करके कहते उस नाम जल नूं पी जिन्हों पीण नाल कदी तू अकेगा नहीं, कदी थकेगा नहीं, कदी वो पुराना नहीं होगा भी अज पीता तो कल फिर ही पीवांगे, नहीं। वो नित नवा है। ये तो उहदे विच विशेषता है संसार नाल। संसार दीयां चीज़ां घटदियां जांदियां ने, पुरानियां हुंदियां जाणगियां। सब तो ज़्यादा तो शरीर के नेड़े आ ना, आपां शरीर वेखो लगातार निरंतर पुराना हो जा रहा है, पुरातनता आई जा रही है। ये रस घटते जा रहे हैं, वेखण की शक्ति घटती, हर एक चीज़ के रस घटते ने। पर कोई इस तरह का अंदर वाहगुरू के प्यार का जिहड़ा रस है, जिन्हों सच्चे पातशाह जी कहते ने, ना वह मरै ना होवै सोग, देंदा रहे ना चूकै भोग। कदी उहदा भोग समाप्त नहीं हुंदा, उहदा नशा कदी नहीं लैंदा, लगातार निरंतर अंदर काम करता रहिंदा है। ये उहदे सारे चोज गुरु साहब कह रहे ने, अंत ना सिफती कह ना अंत, अंत ना करना दे ना अंत, अंत ना वेखण सुनन ना अंत, अंत ना जापै क्या मन मंत, अंत ना जापै कीता आकार, अंत ना जापै पारावार, अंत कारण केते बिल लाहे। कई जिहड़े भगत ने ना वो इस पासे तुर पैंदे भी भगती करिए तो पता करिए किन्ना कु वड्डा है, किन्नी कु विशेषता है उहदे अंदर। सतगुरु कहंदे राह ठीक नहीं, वो बिल लाउंदे ने उहनूं अंत पाउण लई। उहदी भगती अंत पाउण लई नहीं करनी चाहिदी, उहदी भगती उहदे नाल जुड़न वास्ते करनी चाहिदी है, क्योंकि उहदी वडियाई इन्नी महान है कि अज तक उहदी वडियाई नूं कोई जान नहीं सकिया। इसलिए सच्चे पातशाह जी इत्थों गल शुरू करते हैं पौड़ी विच, कहते नानक अंत ना जापनी। गुरु साहब कहते मैं उन्होंने वेख्या, उहदे करनियां नूं वेख्या, पर उहदे किसी भी कारज दे विचों अंत नहीं आ रहा। मैं जिथों तक जाना होर अगे रहिंदा, कदी उहदी समाप्ति नहीं हुंदी। हर तांके पारावार, उहदा कोई पारावार नहीं, पारला कंढा नहीं आउंदा। फिर कहंदे आप कराए साखती, फिर आप कराए मार। कईयां नूं ओ मार कराउंदा, भाव आप ही कईयां नूं संसार विच उच्चे करदा है ते कईयां नूं फिर मार पाउंदा, नीवें कर दिंदा। ये भी उहदी खेड है, वो ये सारियां खेडां खेड रहे। एक ना गली जंजीरियां, एक तुरी चढ़े बसियार। तुरी कहते ने घोड़ी नूं, एक वो ने जिहड़े घोड़ियां ते चढ़ के जा रहे ने, एक वो ने जिन्हां दे गलां दे विच संगल पए हुए ने, गुलाम ने। ये सारी उहदी खेड, उहदी कुदरत दे रंग वेख रहे ने। जदों इस तरह की चीज़ असीं वेखने ते कई बार असीं कल्प जाने, दुखी होने भी क्यों है संसार विच, इस तरह क्यों है। भावें कि गुरु साहब ने भी इस दुख नूं मनाया है बे नानक दुनिया कैसी होई, सालक मित ना रहे कोई। पर वो ये सारिया चीज़ां वेख के साडे वांगू दुखी नहीं हुंदे। ये सारे कुछ नूं वेख के भावें इहदी व्याख्या करते भी ने, अखीर नूं कह दिंदे ने कि ये तेरी खेड है, ये तू आप ही कर रहे हैं। इसलिए साहब कहंदे आप कराए करे आप, वो आप ही करन वाला है ते कराउण वाला भी आप है। सतगुरु कहंदे हों कैसों करी पुकार। भाणा मनण दी एक विधि है इस पौड़ी दे अंदर। कहंदे पुकार ना कर, क्यों तू कल्पदा है, क्यों पुकारदा है। जिवें दे उन्हें जीव बनाए ने, उन्हां दी खेड नूं वेख वेख के खुश हो, नमस्कार कर। कलगियां वाले पातशाह ने वाहगुरू दे दो रूप कह दिते, नमो कलय करता, नमो शांत रूपे।
ਕਲੈ ਕਰਦਾ ਅਰਥ ਕਲੇਸ਼ੀ। ਕਹਿੰਦੇ ਮੈਂ ਤੈਨੂੰ ਦੇਖਿਆ ਕਈ ਸਰੀਰਾਂ ਦੇ ਅੰਦਰ ਤੂੰ ਕਲੇਸ਼ ਕਰ ਰਿਹਾ, ਉਹ ਝਗੜ ਰਹੇ ਨੇ, ਕਲੇਸ਼ੀ ਨੇ, ਉਹਨਾਂ ਦਾ ਸੁਭਾਅ ਨਹੀਂ ਕਦੀ ਬਦਲਦਾ, ਉਹਨਾਂ ਦੀ ਆਦਤ ਕਦੀ ਨਹੀਂ ਖਤਮ ਹੁੰਦੀ, ਉਹਨਾਂ ਦੇ ਵਿੱਚ ਤੂੰ ਕਲੇਸ਼ ਰੂਪ ਬਣ ਕੇ ਬੈਠਾ ਹੋਇਆ। ਵੇਖੋ ਕਿੰਨੀ ਡੂੰਘੀ ਨਜ਼ਰ ਹੋਵੇਗੀ ਵੀ ਕਲੇਸ਼ ਦੇ ਵਿੱਚੋਂ ਵੀ ਰੱਬ ਨੂੰ ਵੇਖ ਲਿਆ। ਇਹ ਬੰਦੇ ਦੀ ਆਪਣੀ ਸਥਿਤੀ, ਉਹ ਆਪ ਕਿਹੜੀ ਦਸ਼ਾ ਵਿੱਚ ਹੈ। ਸੰਸਾਰ ਕਦੀ ਠੀਕ ਨਹੀਂ ਹੁੰਦਾ। ਤੁਸੀਂ ਝਾਤੀ ਪਾ ਕੇ ਵੇਖੋ ਵੀ ਗੁਰੂ ਨਾਨਕ ਸਾਹਿਬ ਦੇ ਦੋਵੇਂ ਸਾਹਿਬਜ਼ਾਦੇ ਅਖੀਰ ਤੱਕ, ਭਾਵੇਂ ਕਿ ਉਹ ਸਤਿਕਾਰਯੋਗ ਸਨ, ਬਾਅਦ ਵਿੱਚ ਗੁਰੂ ਘਰ ਵਿੱਚ ਬਾਬਾ ਸ੍ਰੀ ਚੰਦ ਹੋਰੀ ਮਿਲੇ, ਪਰ ਇੱਕ ਵਾਰੀ ਤੇ ਗੁਰੂ ਸਾਹਿਬ ਤੋਂ ਪਰਾਂ ਗਏ ਨਾ। ਜਗਤ ਗੁਰੂ ਤੋਂ ਵੀ ਉਹ ਪ੍ਰਭਾਵਿਤ ਪੂਰੀ ਤਰ੍ਹਾਂ ਨਹੀਂ ਹੋ ਸਕੇ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਸਨ, ਉਹ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਨਹੀਂ। ਜੇ ਪ੍ਰਭਾਵਿਤ ਹੁੰਦੇ ਤੇ ਗੁਰੂ ਅਮਰਦਾਸ ਜੀ ਨੂੰ ਲੱਤ ਕਿਉਂ ਮਾਰਦੇ? ਸਿੰਘਾਸਨ ਤੇ ਬੈਠੇ ਹੋਏ ਨਹੀਂ ਪ੍ਰਭਾਵਿਤ ਹੋਏ, ਉਹ ਵੀ ਪ੍ਰਭਾਵਿਤ ਨਹੀਂ ਹੋਏ। ਇਸ ਤਰ੍ਹਾਂ ਦਾ ਇਹ ਸੰਸਾਰ ਹੈ, ਇਸ ਤਰ੍ਹਾਂ ਦੀ ਇਹ ਦੁਨੀਆ ਹੈ। ਤੇ ਜਿਨ੍ਹਾਂ ਨੇ ਇਸ ਖੇਡ ਨੂੰ ਪਹਿਚਾਨ ਲਿਆ, ਉਹ ਫਿਰ ਸਾਧ ਸੰਗਤ ਤੇ ਸੰਸਾਰ ਦੇ ਵਿੱਚ ਰਹਿੰਦੇ ਨੇ, ਯਤਨ ਕਰਦੇ ਨੇ, ਕੰਮ ਕਰਦੇ ਨੇ, ਪਰ ਜੋ ਕੁਝ ਹੁੰਦਾ ਹੈ ਵੇਖਦੇ ਨੇ ਔਰ ਉਹਦੀ ਖੇਡ ਸਮਝ ਲੈਂਦੇ ਨੇ, ਆਪਣੇ ਵੱਲੋਂ ਯਤਨ ਕਰਦੇ ਨੇ, ਅਰਦਾਸ ਕਰਦੇ ਨੇ। ਬੜਾ ਸੋਹਣਾ ਤਰੀਕਾ ਦੱਸਿਆ ਦੁੱਖਾਂ ਨੂੰ ਖਤਮ ਕਰਨ ਦਾ ਜੀਵਨ ਦੇ ਵਿੱਚੋਂ। ਇਸ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨਮੋ ਕਲੈ ਕਰਤਾ। ਇਹ ਜਿਹੜੇ ਲੋਕ ਕਲ ਕਲੇਸ਼ ਕਰ ਰਹੇ ਨੇ, ਇਹ ਵੀ ਤੇਰਾ ਹੀ ਰੂਪ ਨੇ। ਨਮੋ ਸ਼ਾਂਤ ਰੂਪੇ, ਆ ਜਿਹੜੇ ਲੋਕ ਬਿਲਕੁਲ ਸ਼ਾਂਤ ਹਨ, ਟਿਕੇ ਹੋਏ ਨੇ, ਇਹ ਵੀ ਤੇਰੇ ਹੀ ਰੂਪ ਨੇ। ਦੋਵੇਂ ਰੂਪ ਨੇ, ਕਈ ਪ੍ਰਕਾਰ ਦਾ ਉਹਦਾ ਰੂਪ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਵਿੱਚ ਕਹਿੰਦੇ ਕਿ ਸੁੰਦਰ ਸਰੂਪ ਹੋ ਕਿ ਨਿਰਜੁਰ ਨਿਰੂਪ ਹੋ। ਤੁਸੀਂ ਸੁੰਦਰ ਸਰੂਪ ਹੋ ਕਿ ਨਿਰਜੁਰ ਹੋ। ਨਿਰਜੁਰ ਦਾ ਮਤਲਬ ਤੁਹਾਨੂੰ ਕੋਈ ਜਵਰ ਨਹੀਂ, ਤੁਹਾਨੂੰ ਕੋਈ ਬੁਖਾਰ ਨਹੀਂ, ਕੋਈ ਤਾਪ ਨਹੀਂ ਚੜਦਾ। ਬੜੇ ਸੋਹਣੇ ਹੋ, ਬੜੇ ਸੁੰਦਰ ਹੋ, ਕਈ ਰੂਪ ਕਹੇ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਰਾਗ ਹੈ। ਸਾਹਿਬ ਦਿਮਾਗ, ਸਭ ਤੋਂ ਤੂੰ ਸਿਆਣਾ ਹੈ, ਤੇਰਾ ਦਿਮਾਗ ਬਹੁਤ ਉੱਚਾ ਹੈ, तेरी सोच बड़ी वड्डी है। कि हुस्नल चिराग है कि तू सुंदरता दा दीवा है, तेरे विच सुंदरता बड़ी है कि हुस्नल चिराग है। ये सारे ओदे रंग, ओदियां खेडां, कई प्रकार दा ओदा रूप देख के सारे संसार दी इस सृष्टि नूं नमस्कार कर रहे हैं। इहनूं कहंदे अकाल पुरख दी बख्शी हुई दृष्टि जिन्नूं मिल जाए। नहीं तो साध संगत बंदा अपने आप तो स्वयं संतुष्ट नहीं हुंदा भी मैं क्यों इस तरह का, दूजियां तो ते होने किथे है, मैनू क्यों रब ने इस तरह का बनाया। जे संतुष्ट हो जाए तो फिर अपने आप नू क्यों बदले। संतुष्ट बंदे का तो मतलब ही ये है ना कि जेड़ा वाहिगुरू ने मैनू जो कुछ दिता वो ठीक है। पहला बंदा अपने शरीर नाल सहमत होवेगा भी जिवें दा है डिंगा सीधा उस तरह का ठीक। की इहदे विच उहनूं उलामा देना। अष्टावक्र नूं किसे कहा सी भी तेरे कोल ब्रह्म ज्ञान है, अपने 8 बल ते सीधे करा लै उहदे नाल, क्योंकि उहदे शरीर नूं 8 बल पए होए सन। उहदा नाम ही अष्टावक्र सी। कुदरत ये चीज़ां तां पैदा करदी ने बंदे नूं समझ आ जाए भी ब्रह्म ज्ञान किहड़ी चीज़ हुंदी। ब्रह्म ज्ञान दे नाल शरीर दे विंग नहीं कड्ढी दे हुंदे, इहदे वास्ते नहीं हो। लोग कहते हैं जे तुहाडी गुरु गल मनदा है तो तुसीं अपना नक ही थोड़ा जिहा लम्मा करा लो, ये कोई सर्जरी थोड़ी है, तुसीं सुंदर हो जाओ। इस तरह दीयां चीज़ां नाल धर्म नूं जोड़िया जांदा है। तुसीं ये कर लो, गुरु नूं कह के करा लो। गुरु ने सानूं सिखाया भी जिवें दा तैनूं मिलिया है उहनूं उसे तरह प्रवान कर, उहनूं वधा घटा ना। ये तेरी बिरती उहदे तों बगावत कर रही है, ये बगावत ही ते तेरा दुख है। कोई आदमी कहता सी शांति नहीं मिलती, मैं शांति की खोज में जा रहा, बड़ा अशांत दुखी, शांति प्राप्त नहीं होती।
ਤੇ ਕਈ ਸਾਲ ਜਦੋਂ ਉਹਨੇ ਖੋਜ ਕੀਤੀ ਸ਼ਾਂਤੀ ਦੀ, ਨਾ ਸ਼ਾਂਤ ਹੋਇਆ। ਇੱਕ ਦਿਨ ਉਹਨੂੰ ਸਿੱਧਾ ਜਿਹਾ ਆਦਮੀ ਮਿਲਿਆ ਸੜਕ ਦੇ ਕਿਨਾਰੇ ਤੇ ਬੈਠਾ, ਤੇ ਕਈ ਸਾਲਾਂ ਦਾ ਉਹ ਥੱਕ ਚੁੱਕਾ ਸੀ। ਉਹਦੇ ਕੋਲ ਗਿਆ, ਉਹ ਬੜਾ ਸ਼ਾਂਤ ਟਿਕਿਆ ਹੋਇਆ, ਨਾ ਉਹਦਾ ਮਕਾਨ ਨਾ ਉਹਦਾ ਕੋਈ ਦੱਬ ਦੇ ਕੋਲ ਬੈਠਾ ਹੈ। ਉਹਨੂੰ ਵੇਖ ਕੇ ਸੋਚਦਾ ਵੀ ਲੱਗਦਾ ਇਹਦੇ ਕੋਲ ਸ਼ਾਂਤੀ ਹੈ, ਇਹਦੇ ਕੋਲ ਚੱਲਨੇ। ਜਾ ਕੇ ਬੈਠ ਗਿਆ। ਜਦੋਂ ਕੋਲ ਬੈਠਾ ਤੇ ਉਹਨੇ ਕਿਹਾ ਵੀ ਤੂੰ ਉੱਠ ਕੇ ਚਲਾ ਜਾ। ਕਿਉਂ? ਕਹਿੰਦੇ ਤੂੰ ਮੇਰੀ ਵੀ ਸ਼ਾਂਤੀ ਭੰਗ ਕਰੇਗਾ, ਜਿਵੇਂ ਦਾ ਤੇਰਾ ਕੰਮ ਲੱਗਦਾ। ਕਿਉਂ? ਕਹਿੰਦੇ ਮੈਂ ਤੇ ਤੁਹਾਡੇ ਕੋਲ ਤਾਂ ਆਇਆ, ਮੈਂ ਸ਼ਾਂਤੀ ਦੀ ਖੋਜ ਵਿੱਚ ਕਈ ਸਾਲ ਗਵਾ ਦਿੱਤੇ ਨੇ। ਕਹਿਣ ਲੱਗਿਆ ਜਿਹੜੀ ਤੂੰ ਖੋਜ ਕਰ ਰਿਹਾ ਇਹ ਤੇ ਅਸ਼ਾਂਤੀ ਦਾ ਕਾਰਨ ਹੈ। ਖੋਜਣਾ ਹੀ ਸ਼ਾਂਤੀ ਹੈ। ਸ਼ਾਂਤੀ ਦਾ ਮਤਲਬ ਹੈ ਜਦੋਂ ਖੋਜ ਕੋਈ ਨਹੀਂ ਰਹਿੰਦੀ ਉਦੋਂ ਮਿਲਦੀ ਹੈ। ਆ ਜਿਹੜੀ ਤੇਰੇ ਅੰਦਰ ਬਿਮਾਰੀ ਹੈ ਨਾ, ਮੈਂ ਸ਼ਾਂਤੀ ਇਕੱਠੀ ਕਰਨੀ ਹੈ, ਇਹਦੇ ਨਾਲ ਹੀ ਸ਼ਾਂਤੀ ਪੈਦਾ ਹੁੰਦੀ ਹੈ। ਇਕੱਠਾ ਨਾ ਕਰ, ਕੋਈ ਛੱਡਿਆ ਮਿਲਦੀ ਸ਼ਾਂਤੀ, ਇਕੱਠਾ ਕੀਤਿਆਂ ਨਹੀਂ ਮਿਲਦੀ। ਇਹ ਬੰਦੇ ਦਾ ਦੁੱਖ, ਕੋਈ ਚੀਜ਼ ਲੱਭ ਰਿਹਾ, ਕੋਈ ਖੋਜ ਰਿਹਾ, ਉਹਨੂੰ ਇਹ ਨਹੀਂ ਪਤਾ ਉਹ ਕਿਹੜੀ ਚੀਜ਼ ਹੈ ਜਿਹੜੀ ਮੈਂ ਖੋਜ ਰਿਹਾ, ਬਸ ਇਹ ਉਹਦਾ ਦੁੱਖ ਹੈ। ਮਨ ਜਿਹੜਾ ਨਾ ਵੇਖੋ ਲੱਭ ਰਿਹਾ ਕੁਝ, ਤਾਂ ਹੀ ਕਹੇਗਾ ਨਾ ਵੀ ਅੱਜ ਛੁੱਟੀ, ਹੁਣ ਕੀ ਕਰੀਏ, ਤਾਸ਼ ਖੇਡੀਏ ਕਿ ਅਖਬਾਰ ਲਿਆਈਏ ਕਿ ਹੋਰ ਕੁਝ ਕਰੀਏ। ਕਿਉਂਕਿ ਕਿਸੇ ਚੀਜ਼ ਦੇ ਅੰਦਰ ਖੋਜ ਹੈ, ਉਹਦਾ ਸਾਨੂੰ ਪਤਾ ਨਹੀਂ ਖੋਜ ਕਾਹਦੀ। ਉਹ ਸਾਨੂੰ ਭਟਕਾ ਰਹੀ ਹੈ, ਵਾਰ-ਵਾਰ ਬੇਚੈਨ ਕਰ ਰਹੀ ਹੈ। ਆਹ ਕਰੀਏ, ਆਹ ਕਰੀਏ, ਕੁਝ ਕਰ ਲਈਏ, ਕੁਝ ਲੱਭੀਏ, ਵਿੱਚੋਂ ਕੁਝ ਮਿਲੇ, ਕਰ ਕਰਾ ਕੇ ਉਹਦੇ ਵਿੱਚੋਂ ਨਹੀਂ ਕੁਝ ਮਿਲਦਾ, ਫਿਰ ਖਾਲੀ ਰਹਿ ਜਾਂਦਾ, ਫਿਰ ਦੂਜੇ ਦਿਨ ਖੋਜ ਕਰਦਾ। ਉਹ ਖੋਜ ਹੈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਖੋਜ। ਜਿਨ੍ਹਾਂ ਨੇ ਉਹ ਕੀਤੀ, ਫਿਰ ਉਹ ਪਰਤ ਕੇ ਨਹੀਂ ਖੋਜਣ ਗਏ, ਖੋਜਣ ਦੀ ਲੋੜ ਹੀ ਨਹੀਂ ਰਹੀ। ਸਾਰੀ ਖੋਜ ਪੂਰੀ ਹੋ ਗਈ, ਤ੍ਰਿਪਤੀ ਆ ਗਈ। ਹੁਣ ਕੀ ਖੋਜਾਂਗੇ, ਕੀ ਲੱਭਾਂਗੇ? ਜੋ ਕੁਝ ਲੱਭਣਾ ਸੀ ਉਹ ਲੱਭ ਗਿਆ, ਹੁਣ ਖਤਮ। ਆ ਜਿਹੜੀਆਂ ਬਾਹਰ ਖੋਜਾਂ ਨੇ ਤੇ ਉਹਦੇ ਵਿੱਚ ਹੀ ਆ ਗਈਆਂ ਸਾਰੀਆਂ, ਇਹਨਾਂ ਨੂੰ ਬਾਹਰ ਕੌਣ ਲੈਣ ਜਾਏਗਾ? ਇਸ ਕਰਕੇ ਉਹ ਪੂਰੇ ਨੇ। ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਨਾਉ। ਬਾਕੀ ਸਾਰੀਆਂ ਚੀਜ਼ਾਂ ਅਧੂਰੀਆਂ ਨੇ, ਉਹਨਾਂ ਦੀ ਖੋਜ ਵੀ ਅਧੂਰੀ ਹੈ। ਉਹ ਮਿਲਣਗੀਆਂ ਵੀ, ਖੋਜ ਫਿਰ ਪਿੱਛੇ ਛੱਡ ਜਾਣਗੀਆਂ। ਫਿਰ ਆਦਮੀ ਲੱਭੇਗਾ, ਖੋਜੇਗਾ। ਕਦੀ ਜਿਉਂ ਬੱਚਾ ਛੋਟਾ ਹੁੰਦਾ ਹੈ, ਪਹਿਲਾਂ ਦੌੜ ਕੇ ਮਾਂ ਦੇ ਦੁੱਧ ਵਿੱਚੋਂ ਖੋਜ ਕਰਦਾ, ਇਹਦੇ ਵਿੱਚੋਂ। ਫਿਰ ਵੱਡਾ ਹੁੰਦਾ ਹੈ, ਮਾਂ-ਬਾਪ ਦੀ ਗੋਦ ਵਿੱਚੋਂ ਉਹਦੇ ਵੱਲ ਦੌੜ ਕੇ ਜਾਂਦਾ ਕਿ ਇੱਥੋਂ ਸੁੱਖ। ਫਿਰ ਬੱਚਿਆਂ ਦੀ ਖੇਡ ਵਿੱਚੋਂ, ਫਿਰ ਖਾਣ ਪੀਣ ਵਿੱਚੋਂ, ਫਿਰ ਪਰਿਵਾਰ ਵਿੱਚੋਂ, ਫਿਰ ਅੱਗੋਂ ਪਰਿਵਾਰਾਂ ਦੇ ਵਿੱਚੋਂ ਸੁੱਖ ਲੱਭਦਾ। ਪਰ ਉੱਥੇ ਹੈ ਨਹੀਂ ਸੀ। ਗੁਰੂ ਸਾਹਿਬ ਨੇ ਇੱਥੇ ਸੁੱਖ ਨਹੀਂ ਜਿੱਥੋਂ ਤੂੰ ਲੱਭ ਰਿਹਾ। ਸੁੱਖ ਤੇਰੇ ਅੰਦਰ ਹੈ ਕਿਤੇ। ਉਹਨੂੰ ਕਿਹਾ ਇਹ ਤੇਰੀ ਖੇਡ ਹੈ। ਹਉ ਕੈਸੋ ਕਰੀ ਪੁਕਾਰ, ਨਾਨਕ ਕਰਨਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾਰ। ਇਸ ਜਗਤ ਦਾ ਜੇ ਕਰਨਾ, ਰਚਨਾ ਜਿਸ ਵਾਹਿਗੁਰੂ ਨੇ ਕੀਤੀ ਹੈ, ਉਹ ਹੀ ਇਹਦੀ ਸਾਰ ਕਰ ਰਿਹਾ, ਉਹ ਹੀ ਉਹਦੀ ਸੰਭਾਲ ਕਰ ਰਿਹਾ। ਉਹਦੇ ਅੱਗੇ ਅਰਦਾਸ ਕਰਨੀ ਕਿ ਉਹ ਹੀ ਸਾਡੀ ਸਾਰਿਆਂ ਦੀ ਸੰਭਾਲ ਔਰ ਸਾਰਿਆਂ ਨੂੰ ਦਾਤਾ ਬਖਸ਼ਣ ਵਾਲਾ। ਆਓ 1-2 ਮਿੰਟ ਵਾਸਤੇ ਜੁੜੀਏ, ਸਮਾਪਤੀ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ
वाहेगुरु 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 ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਇਸ ਚਾਲ ਨਾਲ ਜਪਿਆਂ ਨੂੰ ਕਹਿੰਦੇ ਸਹਿਜ ਨਾਲ ਜਪਣਾ। ਇਹਦੇ ਨਾਲ ਜੇ ਸਹਿਜੇ ਸਹਿਜੇ ਟਿਕ ਜਾਏ ਮਨ ਤਾਂ ਹੋਰ ਗੁਰੂ ਦੀ ਰਹਿਮਤ ਮਿਲਦੀ ਹੈ। ਸੋ ਯਤਨ ਕਰਾਂਗੇ ਹਰ ਰੋਜ਼ ਨਾਲ ਨਾਲ ਇਸ ਸ਼ਬਦ ਨਾਲ ਵੀ ਸਾਂਝ ਪਾਈ ਜਾਏ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਿਚਾਰਾਂ ਕਰਦੀਆਂ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।